ਆਪਣਿਆਂ ਨਾ ਦਸੀਏ ਪਰਾਇਆ ਕਰ ਕਰ ਹੱਸੀਏ। ਇਸ਼ਕ ਮੁਸ਼ਕ ਗੁੱਝੇ ਨਹੀਂ ਰਹਿੰਦੇ, ਸਿਆਣਿਆਂ ਨੇ ਸੱਚ ਹੀ ਕਿਹਾ ਹੈ। ਪਰ ਉਹ ਲੋਕ ਜਿਹੜੇ ਖੁਦ ਇਹਨਾਂ ਹਾਲਾਤਾਂ ਵਿੱਚੋਂ ਲੰਘ ਰਹੇ ਹੋਣ, ਉਹ ਦੂਸਰਿਆਂ ਦੀਆਂ ਗੱਲਾਂ ਵਧਾ ਚੜਾ ਕੇ ਕਰਦੇ ਹਨ। ਸੰਗਰਾਂਦ ਵਾਲੇ ਦਿਨ ਗੁਰੂ ਘਰ ਭੋਗ ਪੈਣ ਤੋਂ ਬਾਅਦ ਇਕੱਠੀਆਂ ਹੋਈਆਂ ਕੋਠਿਆਂ ਦੀਆਂ ਬੁੜੀਆਂ ਆਪਸ ਵਿੱਚ ਗੱਲਾਂ ਕਰਦੀਆਂ ਸਨ ਕਿ ਕੀ ਜ਼ਮਾਨਾ ਆ ਗਿਆ ਏ। ਉੱਧਰ ਪਾਲੀ ਤੇ ਚਾਨਣ ਕਿਹੜੇ ਰਸਤੇ ਪੈ ਗਏ ਆ। ਇੱਧਰ ਰੂਪਾ ਕਹਿੰਦੇ ਫੌਜੀ ਕੇ ਸਿੰਧੂ ਨੂੰ ਆਪਣੇ ਖਰਚੇ ਤੇ ਪੜ੍ਹਾ ਰਹੀ ਹੈ। ਜਦੋਂ ਸਿੰਧੂ ਦੀ ਭਾਬੀ ਨੇ ਗੱਲਾਂ ਸੁਣੀ ਤਾਂ ਉਸਨੂੰ ਅੱਗ ਲੱਗ ਗਈ। ਉਸਨੇ ਬਚਨੀ ਨੂੰ ਕਿਹਾ ਕਿ ਚਾਚੀ ਅਸੀਂ ਕਿਹੜਾ ਮਰੇ ਹੋਏ ਹਾਂ, ਅਸੀਂ ਖੁਦ ਸਿੰਧੂ ਨੂੰ ਪੜ੍ਹਾ ਰਹੇ ਹਾਂ। ਉਧਰ ਸੁਣਦੀ ਰੂਪਾ ਦੀ ਚਾਚੀ ਬੋਲੀ, ਹੁਣ ਤੱਕ ਰੋਟੀਆਂ ਸਾਡੇ ਘਰੋਂ ਹੀ ਖਾਂਦਾ ਰਿਹਾ ਏ। ਕਾਫੀ ਲਾਲਾ ਲਾਲਾ ਹੋਣ ਤੋਂ ਮਗਰੋਂ ਬੇਬੇ ਦਲੀਪ ਕੌਰ ਤੇ ਨਿਹਾਲ ਕੌਰ ਇੱਕ ਦੂਜੀ ਨਾਲ ਗੱਲਾਂ ਕਰਨ ਲੱਗੀਆਂ। ਉਹ ਆਪਣੇ ਨਾਲ ਵਾਪਰੀਆਂ ਘਟਨਾਵਾਂ ਨੂੰ ਨਾਲ ਜੋੜ ਰਹੀਆਂ ਸਨ। ਦੇਸ਼ ਦੀ ਵੰਡ ਸਮੇਂ ਇਹ ਦੋਨੇ ਭਰ ਜਵਾਨ ਸਨ ਤੇ ਮੁਸਲਮਾਨ ਪਰਿਵਾਰ ਵਿੱਚ ਜੰਮੀਆਂ ਸਨ। ਦਲੀਪੋ ਬੁੜੀ ਦਾ ਨਾਂ ਅਲਵੀਰਾ ਤੇ ਨਿਹਾਲੋ ਬੁੜੀ ਦਾ ਨਾਂ ਸੋਫੀਆ ਸੀ। ਸਿੱਖ ਪਰਿਵਾਰਾਂ ਨੇ ਇਹਨਾਂ ਦੇ ਪਰਿਵਾਰ ਦੀ ਰਾਖੀ ਕੀਤੀ ਸੀ, ਪਰ ਇਹਨਾਂ ਦੀ ਮਾੜੀ ਕਿਸਮਤ ਕਿ ਇਹਨਾਂ ਨੂੰ ਇੱਧਰ ਹੀ ਵਿਆਹ ਕਰਵਾਉਣੇ ਪਏ ਤੇ ਇਹ ਅਲਵੀਰਾ ਤੋਂ ਦਲੀਪ ਕੌਰ ਤੇ ਸੋਫੀਆ ਤੋਂ ਨਿਹਾਲ ਕੌਰ ਬਣ ਗਈਆਂ ਸਨ। ਬੇਬੇ ਨਿਹਾਲੋ ਨੇ ਕਿਹਾ ਕਿ ਹਰ ਔਰਤ ਹਰ ਥਾਂ ਮਜਬੂਰ ਹੈ। ਪਹਿਲਾਂ ਬਾਪ ਦੀਆਂ ਝਿੜਕਾਂ, ਫਿਰ ਪਤੀ ਦੀਆਂ ਝਿੜਕਾਂ, ਫਿਰ ਪੁੱਤਾਂ ਦੀਆਂ ਤੇ ਅਖੀਰ ਨੂੰਹਾਂ ਦੀਆਂ। ਦਲੀਪੋ ਬੁੜੀ ਨੇ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ, ਔਰਤ ਦੀ ਜ਼ਿੰਦਗੀ ਕੋਈ ਜ਼ਿੰਦਗੀ ਹੈ? ਅਸੀਂ ਕੀ ਖੱਟ ਲਿਆ ਵਿਆਹ ਕਰਵਾ ਕੇ? ਨਾ ਮਾਪੇ ਰਹੇ ਨਾ ਧਰਮ ਰਿਹਾ। ਰੂਪਾ ਜਾਂ ਪਾਲੀ ਦਾ ਕੀ ਦੋਸ਼ ਹੈ? ਦੋਸ਼ ਤਾਂ ਉਹਨਾਂ ਦੀਆਂ ਤਕਦੀਰਾਂ ਦਾ ਏ। ਪਾਲੀ ਦੀ ਤਕਦੀਰ ਪਹਿਲਾਂ ਚੰਗੀ ਹੁੰਦੀ ਤਾਂ ਪਿਓ ਕਿਉਂ ਮਰਦਾ? ਰੂਪਾ ਦੀ ਦੁਸ਼ਮਣ ਉਹਦੀ ਪੜ੍ਹਾਈ ਬਣ ਗਈ। ਨਾ ਪੜ੍ਹਦੀ ਤਾਂ ਸਮੇਂ ਸਿਰ ਵਿਆਹ ਦੇਣਾ ਸੀ ਮਾਪਿਆਂ ਨੇ। ਗੁਰੂ ਘਰ ਵਿੱਚ ਹੁੰਦੀਆਂ ਗੱਲਾਂ ਤੋਂ ਸਿੰਧੂ ਦੀ ਭਾਬੀ ਡਾਢੀ ਪਰੇਸ਼ਾਨ ਹੋ ਗਈ ਸੀ। ਆਪਣੇ ਮੂੰਹ ਵਿੱਚ ਬੁੜਬੁੜਾਉਂਦੀ ਉਹ ਸਿੰਧੂ ਨੂੰ ਖੌਰੇ ਕੀ ਬੋਲੀ ਜਾ ਰਹੀ ਸੀ, ਪਰ ਉਹਦੀ ਸੁਣਨ ਵਾਲਾ ਕੋਈ ਨਹੀਂ ਸੀ। ਸਿੰਧੂ ਉਹਦਾ ਛੋਟਾ ਤੇ ਲਾਡਲਾ ਦਿਓਰ ਸੀ। ਮਨ ਵਿੱਚ ਸੋਚਦੀ ਕਿ ਆਉਣ ਤੇ ਇਹਨੂੰ ਲੈਂਦੀਆਂ ਇਹਦੀ ਖਬਰ। ਨਾਲੇ ਮੈਂ ਇੰਨਾ ਕਿਹਾ ਕਿ ਤੂੰ ਨਾ ਰੂਪਾ ਨੂੰ ਬੁਲਾਈ, ਵੇਖ ਲਾ ਕੌਣ ਇਹਨੇ ਤੰਗ ਕੀਤਾ। ਚੱਲ ਇਹ ਤਾਂ ਭਲਾ ਨਿਆਣਾ, ਉਹ ਤਾਂ ਸਿਆਣੀ ਆ, ਉਹਨੂੰ ਨਹੀਂ ਆਉਂਦੀ ਸ਼ਰਮ। ਮਗਰ ਲਾਇਆ ਕੱਲ ਦਾ ਜਵਾਕ। ਅੱਜ ਉਹਦਾ ਮਨ ਕਿਸੇ ਕੰਮ ਨੂੰ ਨਹੀਂ ਸੀ ਕਰ ਰਿਹਾ। ਝਿਓਰਾਂ ਦੀ ਸਿੰਦਰ ਆਈ ਤੇ ਤੇਜੋ ਨੂੰ ਵੇਖ ਕਹਿਣ ਲੱਗੀ, ਕੁੜੇ ਕਿਵੇਂ ਬਲੱਡ ਜਾ ਵਧਾਈ ਬੈਠੀ ਆ? ਤਾਂ ਸਿੰਧੂ ਦੀ ਭਾਬੀ ਤੇਜੋ ਨੇ ਗੱਲ ਨੂੰ ਦਬਾਉਂਦਿਆਂ ਕਿਹਾ, ਨਹੀਂ ਭੈਣੇ ਮੈਂ ਤਾਂ ਊਂ ਬੈਠੀ ਸੀ, ਅੱਜ ਚਿੱਤ ਜਾ ਠੀਕ ਨਹੀਂ। ਸਿੰਦਰ ਨੇ ਕਿਹਾ, ਲੈ ਮੈਂ ਤਾਂ ਰੋਟੀ ਖਾਣ ਆਈ ਸੀ ਤੇਰੇ ਕੋਲ। ਤੇਜੋ ਨੇ ਕਿਹਾ, ਭੈਣੇ ਨਾਲੇ ਤੂੰ ਰੋਟੀ ਪਕਾ ਦੇ, ਨਾਲੇ ਮੈਨੂੰ ਵੀ ਲਾ ਦੇ। ਰੋਟੀਆਂ ਪਕਾਉਂਦੀ ਸਿੰਦਰ ਨੇ ਸਿੰਧੂ ਦੀ ਰੂਪਾ ਨਾਲ ਉੱਡਦੀ ਗੱਲ ਬਾਰੇ ਪੁੱਛਿਆ ਤਾਂ ਤੇਜੋ ਹੋਰ ਵੀ ਹਰਖ ਗਈ। ਸਿੰਦਰ ਨੂੰ ਕਹਿਣ ਲੱਗੀ, ਨਾ ਭੈਣੇ ਮੇਰਾ ਦਿਓਰ ਤਾਂ ਦੁੱਧ ਧੋਤਾ, ਖੌਰੇ ਕੌਣ ਗੱਲਾਂ ਉਡਾਉਂਦਾ ਫਿਰਦਾ। ਦਿਲ ਵਿੱਚ ਤਾਂ ਤੇਜੋ ਨੂੰ ਵੀ ਇਹ ਗੱਲ ਰੜਕ ਰਹੀ ਸੀ ਕਿ ਬਿੰਦੂ ਨੂੰ ਕਦੋਂ ਇਸ ਗੱਲ ਬਾਰੇ ਪੁੱਛਿਆ ਜਾਵੇ। ਸਿੰਦਰ ਰੋਟੀ ਖਾ ਕੇ ਆਪਣੇ ਘਰ ਚਲੀ ਗਈ ਤੇ ਤੇਜੋ ਫਿਰ ਕਲਪਦੀ ਮੰਜੇ ਤੇ ਡਿੱਗ ਪਈ। ਪਾਲੀ ਨੂੰ ਘਰ ਦਾ ਸਾਰਾ ਹੀ ਕੰਮ ਕਰਨਾ ਪੈਂਦਾ ਸੀ, ਇੱਥੋਂ ਤੱਕ ਕਿ ਉਹ ਪੱਠੇ ਵੀ ਆਪ ਹੀ ਲਿਆਉਂਦੀ, ਫਿਰ ਟੋਕਾ ਕਰਦੀ। ਇੰਨਾ ਕੰਮ ਕਰਦੀ ਨੂੰ ਵੇਖ ਸੁੱਖਾ ਉਹਦੇ ਨਾਲ ਹਮਦਰਦੀ ਕਰਦਾ ਤੇ ਕਦੇ ਕਦਾਈ ਚਾਨਣ ਦੀ ਮਾਂ ਦੇ ਕਹਿਣ ਤੇ ਪੱਠੇ ਚਾਨਣ ਕੇ ਘਰ ਸਿੱਟ ਜਾਂਦਾ। ਪਿਆ ਹੋਇਆ ਚਾਨਣ ਹੱਡੀਆਂ ਦਾ ਮੁੱਠ ਬਣਦਾ ਜਾ ਰਿਹਾ ਸੀ। ਚਾਨਣ ਦੀ ਹਾਲਤ ਵੇਖ ਪਾਲੀ ਦੀ ਜਿੰਦ ਪਾਣੀ ਨਾਲੋਂ ਪਤਲੀ ਪੈ ਜਾਂਦੀ। ਚਾਨਣ ਦੀ ਹੰਗੂਰ ਸੁਣ ਪਾਲੀ ਦੀਆਂ ਰਾਤਾਂ ਵਾਲੀ ਨੀਂਦ ਉੱਡ ਜਾਂਦੀ ਸੀ। ਚਾਨਣ ਦੀ ਪਾਲੀ ਨੂੰ ਹਿੰਮਤ ਦੇਣ ਵਾਲੀ ਹਿੰਮਤ ਵੀ ਮੁੱਕ ਗਈ ਸੀ। ਕਦੇ ਕਦੇ ਪਾਲੀ ਚਾਨਣ ਤੇ ਹਰਖ ਜਾਂਦੀ ਤੇ ਉਹਦਾ ਹੱਥ ਫੜ ਕਹਿੰਦੀ, ਚਾਨਣਾ ਤੂੰ ਪਹਿਲਾਂ ਵਾਂਗੂ ਮੇਰੇ ਨਾਲ ਕਿਉਂ ਨਹੀਂ ਹੱਸਦਾ? ਮੈਂ ਵੀ ਰੁੱਸ ਜਾਣਾ ਫਿਰ ਤੇਰੇ ਨਾਲ ਜੇ ਤੂੰ ਇਉਂ ਮੂੰਹ ਅੱਡ ਕੇ ਸੋਵੇਂਗਾ ਤਾਂ। ਚਾਨਣ ਬਿਮਾਰ ਸੀ, ਉਹ ਵੀ ਪਾਲੀ ਨੂੰ ਖੁਸ਼ ਰੱਖਣਾ ਚਾਹੁੰਦਾ ਸੀ, ਪਰ ਆ ਬਿਮਾਰ ਕਰਕੇ ਲਾਚਾਰ ਹੋ ਗਿਆ ਸੀ। ਪਾਲੀ ਹਮੇਸ਼ਾ ਹੀ ਉਹਦੀ ਬਾਂਹ ਉੱਪਰ ਸਿਰ ਰੱਖ ਸੌਂਦੀ ਸੀ। ਛੋਟੀ ਉਮਰੇ ਪਾਲੀ ਸਿਰ ਭਾਰੀ ਕਬੀਲਦਾਰੀ ਪੈ ਗਈ ਸੀ, ਪਰ ਪਾਲੀ ਚਾਨਣ ਸਿਰ ਤੇ ਕਦੇ ਨਾ ਡੋਲੀ। ਪਾਲੀ ਦੇ ਛੋਟੇ ਭੈਣ ਭਾਈ ਵੀ ਚਾਨਣ ਦੇ ਬਿਮਾਰ ਹੋਣ ਦਾ ਪਤਾ ਲੈਣ ਆਉਂਦੇ ਤੇ ਘੰਟਿਆਂ ਬੱਧੀ ਆਪਣੀ ਭੈਣ ਕੋਲ ਬੈਠ ਰਹਿੰਦੇ।
ਕਦੇ ਕਤਾਈ ਪਾਲੀ ਦੇ ਮਨ ਖਿਆਲ ਆਉਂਦਾ ਕਿ ਜੇ ਰੱਬਾ ਮੇਰੇ ਬੰਦੇ ਨੂੰ ਕੁਝ ਹੋ ਗਿਆ ਫਿਰ, ਪਰ ਛੇਤੀ ਛੇਤੀ ਉਹ ਇਹ ਖਿਆਲ ਆਪਣੇ ਮਨ ਵਿੱਚੋਂ ਬੜੀ ਮੁਸ਼ਕਲ ਨਾਲ ਕੱਢਦੀ। ਸ਼ਨੀਵਾਰ ਦਾ ਦਿਨ ਵੀ ਆ ਗਿਆ। ਸਿੰਧੂ ਦੀ ਭਾਬੀ ਲਈ ਇਹ ਮਸਾਂ ਹੀ ਆਇਆ। ਉਹ ਸਵੇਰੇ ਤੋਂ ਹੀ ਸਿੰਧੂ ਦੀ ਉਡੀਕ ਵਿੱਚ ਬਾਹਰਲੀ ਬੈਠਕ ਵਿੱਚ ਬੈਠੀ ਰਹੀ। ਸਿਰ ਤੇ ਇਕੱਠੀ ਕਰਕੇ ਲਈ ਚੁੰਨੀ ਉਸਨੂੰ ਉਮਰ ਤੋਂ ਕਿਤੇ ਵੱਡੀ ਦਿਖਾ ਰਹੀ ਸੀ। ਦੋਹੇ ਹੱਥਾਂ ਦੇ ਅੰਗੂਠਿਆਂ ਨੂੰ ਇੱਕ ਦੂਜੇ ਨਾਲ ਘੁਮਾਉਂਦੀ ਉਹ ਸਿੰਧੂ ਤੋਂ ਪੁੱਛਣ ਵਾਲੇ ਸਵਾਲਾਂ ਨੂੰ ਵਾਰ-ਵਾਰ ਰੱਟ ਰਹੀ ਸੀ। 3:45 ਹੋ ਗਏ ਤਾਂ ਉਹ ਬੀਹੀ ਵੱਲ ਸਿੰਧੂ ਦੀ ਉਡੀਕ ਕਰਨ ਲੱਗੀ। ਉਹਨੇ ਵੇਖਿਆ ਕਿ ਸਿੰਧੂ ਆ ਰਿਹਾ। ਪਹਿਲਾਂ ਨਾਲੋਂ ਕਾਫੀ ਸੁਨੱਖਾ ਤੇ ਸਿਹਤ ਦਾ ਭਰਵਾਂ ਹੋ ਗਿਆ ਸੀ ਸਿੰਧੂ। ਆਉਣ ਸਾਰ ਸਿੰਧੂ ਨੇ ਭਾਬੀ ਦੇ ਪੈਰੀ ਹੱਥ ਲਾਏ, ਪਰ ਭਾਬੀ ਨੇ ਸਿਰ ਤੇ ਹੱਥ ਨਾ ਧਰਿਆ। ਸਿੰਧੂ ਨੇ ਬੱਚਿਆਂ ਵਾਂਗ ਭਾਬੀ ਨੂੰ ਗਲਵੱਕੜੀ ਪਾਈ ਤਾਂ ਉਹ ਬੋਲੀ, ਹੁਣ ਮੇਰਾ ਤੂੰ ਛੋਟਾ ਦਿਓਰ ਨਹੀਂ ਰਿਹਾ, ਤੇਰੇ ਉਲਾਂਭੇ ਆਉਣ ਲੱਗ ਪਏ ਮੈਨੂੰ ਕਿ ਤੂੰ ਐਡਾ ਵੱਡਾ ਹੋ ਗਿਆ। ਸਿੰਧੂ, ਫਿਰ ਅਸੀਂ ਤੇਰਾ ਵਿਆਹ ਕਰ ਦਿੰਨੇ ਆ, ਨਾਲੇ ਮੈਨੂੰ ਕੋਈ ਸੁੱਖ ਸਵੇਤਾ ਹੋ ਜੂ। ਭਾਬੀ ਮੂੰਹੋਂ ਆ ਗੱਲਾਂ ਸੁਣ ਸਿੰਧੂ ਡਰ ਗਿਆ। ਭਾਬੀ ਫਿਰ ਉੱਚੇ ਸੁਰ ਨਾਲ ਬੋਲੀ, ਬੋਲ ਸਿੰਧੂਆ, ਬੋਲਦਾ ਕਿਉਂ ਨਹੀਂ ਤੂੰ? ਮੈਂ ਪਹਿਲਾਂ ਵੀ ਤੈਨੂੰ ਮਾफ़ ਕਰਤਾ ਸੀ ਕਿ ਚਲੋ ਜਾਣੇ ਛੋਟਾ ਆਪਣੇ ਸੂਹ ਆਜੂ, ਪਰ ਤੂੰ ਤਾਂ ਵੱਡਿਆਂ ਦੇ ਕੰਨ ਕੁਤਰਨ ਲੱਗ ਪਿਆ। ਚਾਨਣ ਦੀ ਬਿਮਾਰੀ ਉਸ ਲਈ ਕਾਲੀ ਬਦਲੋਟੀ ਸੀ। ਉਹਦੀ ਪੱਕੀ ਪਕਾਈ ਫਸਲ ਪਾਲੀ ਨੂੰ ਲੱਗਦਾ ਕੋਈ ਰੋਗ ਲੱਗ ਰਿਹਾ ਸੀ। ਇਹ ਰੋਗ ਸੁੱਖੇ ਦੇ ਰੂਪ ਵਿੱਚ ਸੀ ਜੋ ਪਾਲੀ ਦੇ ਦਿਲ ਨੂੰ ਝੰਜੋੜ ਰਿਹਾ ਸੀ। ਚਾਨਣ ਤੇ ਉਸਦੇ ਬਾਕੀ ਪਰਿਵਾਰ ਤੋਂ ਇਹ ਗੱਲ ਲੁਕੀ ਨਹੀਂ ਰਹੀ ਸੀ ਕਿ ਸੁੱਖਾ ਆਨੇ ਬਹਾਨੇ ਉਹਨਾਂ ਦੇ ਘਰ ਆ ਉਹਨਾਂ ਦੀ ਮਦਦ ਕਰ ਰਿਹਾ ਸੀ। ਚਾਨਣ ਵੀ ਸੋਚਦਾ ਸੀ ਕਿ ਮੈਂ ਤਾਂ ਮੰਜੇ ਨਾਲ ਜੁੜ ਗਿਆ ਹਾਂ, ਮੈਂ ਪਾਲੀ ਨੂੰ ਕੁਝ ਦੇਣ ਜੋਗਾ ਨਹੀਂ। ਉਸਨੂੰ ਲੱਗਿਆ ਕਿ ਉਹ ਪਾਲੀ ਦਾ ਪਾਪ ਲੈ ਰਿਹਾ ਏ। ਪਾਲੀ ਵੀ ਚਾਨਣ ਤੋਂ ਖਿਜੀ ਰਹਿੰਦੀ ਸੀ ਤੇ ਉਸਦਾ ਝੁਕਾਅ ਸੁੱਖੇ ਵੱਲ ਵੱਧ ਰਿਹਾ ਸੀ। ਕੋਠੇ ਰਿਫਿਊਜੀਆਂ ਦੇ ਲਹਿੰਦੇ ਵਾਲੇ ਪਾਸੇ ਵੱਲ ਸਿੰਧੂ ਦਾ ਵੀ ਕੁਝ ਅਜਿਹਾ ਹੀ ਹਾਲ ਸੀ, ਕਿਉਂਕਿ ਸਿੰਧੂ ਦੀ ਭਾਬੀ ਨੇ ਉਸ ਉੱਤੇ ਕਾਫੀ ਬੰਦਿਸ਼ਾਂ ਲਾ ਦਿੱਤੀਆਂ ਸਨ। ਰੂਪਾ ਨੂੰ ਇਸ ਗੱਲ ਦੀ ਫਿਕਰ ਸੀ ਕਿ ਕਿਤੇ ਸਿੰਧੂ ਉਸ ਤੋਂ ਦੂਰ ਨਾ ਚਲਿਆ ਜਾਵੇ। ਰੂਪਾ ਦੇ ਮਾਂ-ਬਾਪ ਨੇ ਉਸਨੂੰ ਵਿਆਹ ਬਾਰੇ ਕਹਿਣਾ ਛੱਡ ਦਿੱਤਾ ਸੀ, ਪਰ ਰੂਪਾ ਚਾਹੁੰਦੀ ਸੀ ਕਿ ਉਹਦੇ ਦੋਹੇ ਭਰਾਵਾਂ ਦਾ ਵਿਆਹ ਹੋ ਜਾਵੇ। ਰੂਪਾ ਦਾ ਘਰ ਆਰਥਿਕ ਪੱਖ ਤੋਂ ਚੰਗਾ ਹੋਣ ਕਰਕੇ ਉਸਦੇ ਬੇਬੇ ਬਾਪੂ ਰੂਪਾ ਨੂੰ ਕਿਸੇ ਗੱਲੋਂ ਵੀ ਨਹੀਂ ਵਰਜਦੇ ਸਨ। ਅੱਜ ਇੱਕ ਵਿਸਾਖ ਸੀ, 13 ਅਪ੍ਰੈਲ ਤੇ ਦਿਨ ਐਤਵਾਰ। ਨੇੜਲੇ ਪਿੰਡ ਵਿੱਚ ਗੁਰੂ ਘਰ ਦੇ ਨਾਲ ਵਿਸਾਖੀ ਦਾ ਮੇਲਾ ਭਰਦਾ ਸੀ। ਸੁੱਖਾ ਪਾਲੀ ਨਾਲ ਉਸਦੇ ਪਰਿਵਾਰ ਸਮੇਤ ਮੇਲਾ ਵੇਖਣ ਜਾਂਦੇ ਹਨ। ਦੂਜੇ ਪਾਸੇ ਸਿੰਧੂ, ਉਸਦਾ ਭਰਾ ਤੇ ਭਾਬੀ ਵੀ ਮੇਲਾ ਵੇਖਣ ਜਾਂਦੇ ਹਨ, ਪਰ ਰੂਪਾ ਨੂੰ ਮੇਲਾ ਵੇਖਣ ਦਾ ਕੋਈ ਬਹੁਤਾ ਚਾਅ ਨਹੀਂ ਸੀ, ਜਿਸ ਕਰਕੇ ਉਹ ਆਪਣੇ ਭਰਾਵਾਂ ਨਾਲ ਮੇਲੇ ਨਹੀਂ ਗਈ। ਸਿੰਧੂ ਦੀ ਨਿਗਾਹ ਦੁਕਾਨਾਂ ਨਾਲੋਂ ਰੂਪਾ ਨੂੰ ਲੱਭਣ ਵਿੱਚ ਲੱਗੀ ਹੋਈ ਸੀ। ਉਸਨੂੰ ਗੋਲੀ ਵਾਲਾ ਬੱਤਾ, ਪਕੌੜੇ, ਜਲੇਬੀਆਂ ਆਦਿ ਚੰਗੀਆਂ ਨਹੀਂ ਲੱਗ ਰਹੀਆਂ ਸਨ, ਜਦੋਂ ਕਿ ਮੇਲਣਾ ਖੂਬ ਆਨੰਦ ਲੈ ਰਹੇ ਸਨ। ਹਾੜੀ ਦੀ ਵਾਢੀ ਦੀਆਂ ਛੁੱਟੀਆਂ ਹੋਣ ਕਾਰਨ ਰੂਪਾ ਘਰ ਆਈ ਹੋਈ ਸੀ ਅਤੇ ਆਂਢ ਗੁਆਂਢ ਤੇ ਜਵਾਕਾਂ ਨੂੰ ਆਥਣ ਵੇਲੇ ਟਿਊਸ਼ਨ ਵੀ ਪੜ੍ਹਾਉਂਦੀ ਸੀ। ਸਿੰਧੂ ਦੇ ਕਾਲਜ ਲਗਾਤਾਰ ਲੱਗ ਰਹੇ ਸਨ ਤੇ ਉਹਦੇ ਪੇਪਰ ਵੀ ਨੇੜੇ ਸਨ। ਉਹ ਰੋਜ਼ਾਨਾ ਸਵੇਰੇ ਘਰੋਂ ਜਾਂਦਾ ਤੇ ਸ਼ਾਮ ਨੂੰ ਵਾਪਸ ਆ ਜਾਂਦਾ। ਉਸਦੀ ਭਾਬੀ ਖੁਸ਼ ਸੀ ਕਿ ਸਿੰਧੂ ਸਿਆਣਾ ਬਣ ਗਿਆ ਹੈ। ਉਹ ਹੁਣ ਆਂਢ ਗੁਆਂਢ ਵਿੱਚ ਫਕਰ ਨਾਲ ਵਿਚਰਦੀ। ਉਸਨੂੰ ਲੱਗਦਾ ਕਿ ਸਿੰਧੂ ਹੁਣ ਅਵੱਗਿਆ ਨਹੀਂ ਕਰੂਗਾ, ਪਰ ਸਿੰਧੂ ਮੌਕੇ ਦੀ ਤਲਾਸ਼ ਵਿੱਚ ਸੀ। ਉਸਨੂੰ ਉਮੀਦ ਸੀ ਕਿ ਹਾੜੀ ਦੀਆਂ ਛੁੱਟੀਆਂ ਜਲਦੀ ਖਤਮ ਹੋ ਜਾਣਗੀਆਂ ਤੇ ਸਕੂਲ ਖੁੱਲ੍ਹ ਜਾਣਗੇ ਅਤੇ ਰੂਪਾ ਫਿਰ ਤੋਂ ਆਪਣੇ ਸਕੂਲ ਤੇ ਸ਼ਹਿਰ ਚਲੀ ਜਾਵੇਗੀ। ਇੱਕ ਦਿਨ ਰੂਪਾ ਨੇ ਟਿਊਸ਼ਨ ਤੇ ਆਈ ਰਮਨੀ ਨੂੰ ਕਿਹਾ ਕਿ ਤੂੰ ਕਿਵੇਂ ਨਾ ਕਿਵੇਂ ਸਿੰਧੂ ਦੀ ਭਾਬੀ ਤੋਂ ਅੱਖ ਬਚਾ ਕੇ ਸਿੰਧੂ ਨੂੰ ਇਹ ਚਿੱਠੀ ਫੜਾ ਦੇਵੀਂ। ਰਮਨੀ ਨੇ ਡਰਦੀ ਨੇ ਕਾਗਜ਼ ਫੜ ਕਾਪੀ ਵਿੱਚ ਪਾ ਲਿਆ। ਆਥਰ ਨੂੰ ਜਦੋਂ ਸਿੰਧੂ ਦੀ ਭਾਬੀ ਉਸਨੂੰ ਰੋਟੀ ਫੜਾਉਣ ਲੱਗੀ ਤਾਂ ਸਿੰਧੂ ਨੇ ਕਿਹਾ ਕਿ ਭਾਬੀ, ਮੈਂ ਕੱਲ੍ਹ ਤੋਂ ਗੁਰੂ ਘਰ ਜਾਇਆ ਕਰੂੰਗਾ ਮੱਥਾ ਟੇਕਣ। ਭਾਬੀ ਨੇ ਇਹ ਸੋਚ ਕੇ ਹਾਂ ਕਰ ਦਿੱਤੀ ਕਿ ਗੁਰੂ ਘਰ ਜਾਣਾ ਚੰਗੀ ਗੱਲ ਹੈ, ਪਰ ਸਿੰਧੂ ਨੇ ਜਦੋਂ ਰੂਪਾ ਦੀ ਚਿੱਠੀ ਪੜ੍ਹੀ ਸੀ ਤਾਂ ਉਸ ਵਿੱਚ ਲਿਖਿਆ ਸੀ ਕਿ ਸਿੰਧੂ, ਸਵੇਰੇ ਪਾਠੀ ਬੋਲਣ ਸਾਰ ਗੁਰੂ ਘਰ ਆ ਜਾਵੀਂ, ਮੈਂ ਵੀ ਆਊਂਗੀ ਮੱਥਾ ਟੇਕਣ। ਸਿੰਧੂ ਨੂੰ ਚਿੱਠੀ ਪੜ੍ਹ ਜਿਵੇਂ ਚਾਅ ਜਿਹਾ ਚੜ੍ਹ ਗਿਆ ਸੀ। ਵਾਢੀ ਦੀ ਰੁੱਤ ਹੋਣ ਕਾਰਨ ਲੋਕ ਦਿਨੇ ਖੇਤਾਂ ਵਿੱਚ ਰੁੱਝੇ ਹੋਏ ਸਨ ਤੇ ਰਾਤ ਨੂੰ ਥੱਕ ਟੁੱਟ ਕੇ ਜਲਦੀ ਸੌ ਜਾਂਦੇ ਸਨ।
ਸੁੱਖੇ ਨੇ ਆਪਣੀਆਂ ਬੱਕਰੀਆਂ ਤੇ ਭੇਡਾਂ ਚਾਰਨ ਵਾਸਤੇ ਇੱਕ ਛੋਟਾ ਮੁੰਡਾ ਰੱਖ ਲਿਆ ਸੀ। ਹੁਣ ਉਹ ਆਪਣੇ ਖੇਤਾਂ ਦੇ ਕੰਮ ਦੇ ਨਾਲ ਚਾਨਣ ਦੀ ਵਾਹੀ ਵੀ ਸਾਂਭਦਾ। ਇੱਕ ਸ਼ਾਮ ਸੁੱਖਾ ਚਾਨਣ ਦਾ ਹਾਲ ਪੁੱਛਣ ਦੇ ਬਹਾਨੇ ਉਹਨਾਂ ਦੇ ਘਰ ਆ ਜਾਂਦਾ ਹੈ। ਪਾਲੀ ਵੀ ਸੁੱਖੇ ਨੂੰ ਉਡੀਕ ਰਹੀ ਸੀ। ਪਾਲੀ ਸੁੱਖੇ ਨਾਲ ਲੱਗ ਚਾਨਣ ਨੂੰ ਨਹਾਉਂਦੀ ਹੈ ਤੇ ਉਹਦੇ ਸਾਰੇ ਸਰੀਰ ਤੇ ਤੇਲ ਝੱਸਦੀ, ਨਾਲੇ ਚਾਨਣ ਨੂੰ ਲਾਂਭੇ ਦਿੰਦੀ ਕਿ ਜਦੋਂ ਤੂੰ ਠੀਕ ਹੋ ਗਿਆ ਤਾਂ ਤੇਰੇ ਤੋਂ ਵੀ ਬਦਲੇ ਲੈਣੀ ਆ। ਇਹ ਗੱਲ ਕਹਿ ਪਾਲੀ ਅੱਖਾਂ ਭਰ ਆਉਂਦੀ। ਸੁੱਖਾ ਪਾਲੀ ਦੀ ਇਹ ਹਾਲਤ ਵੇਖ ਬਹੁਤ ਦੁਖੀ ਹੁੰਦਾ। ਚਾਨਣ ਦੀ ਮਾਂ ਗੱਲਾਂ ਕਰਨ ਲੱਗ ਪੈਂਦੀ ਕਿ ਤੇਰੇ ਪਿਓ ਦੀ ਤੇ ਚਾਨਣ ਦੇ ਪਿਓ ਦੀ ਬਹੁਤ ਟਾਈਮ ਦੀ ਲਿਹਾਜ਼ ਆ, ਆਏ ਹੀ ਗਾਹਾਂ ਲਿਹਾਜ਼ ਰੱਖਿਓ ਭਾਈ। ਸੁੱਖੇ ਦੇ ਬਾਪੂ ਮਾਨੇ ਨੇ ਵੀ ਸੁੱਖੇ ਨੂੰ ਕਹਿ ਦਿੱਤਾ ਸੀ ਕਿ ਜਿੰਨਾ ਚਿਰ ਚਾਨਣ ਠੀਕ ਨਹੀਂ ਹੁੰਦਾ ਉਹਨਾਂ ਚਿਰ ਤੂੰ ਹੀ ਘਰ ਸਾਂਭ ਇਹਨਾਂ ਦਾ। ਹਰ ਰੋਜ਼ ਦੀ ਆਉਣੀ ਜਾਣੀ ਨਾਲ ਪਾਲੀ ਤੇ ਸੁੱਖੇ ਦੀਆਂ ਗੱਲਾਂ ਦੀ ਲੜੀ ਵੱਧਦੀ ਗਈ। ਪਾਲੀ ਹਰ ਗੱਲ ਸੁੱਖੇ ਨੂੰ ਦੱਸਦੀ ਤੇ ਸੁੱਖੇ ਨੂੰ ਵੀ ਕੋਈ ਹਮਦਰਦੀ ਲੱਭ ਗਿਆ ਸੀ। ਇੱਕ ਦਿਨ ਸੁੱਖਾ ਪੱਠੇ ਲੈ ਕੇ ਆਇਆ। ਪਾਲੀ ਨੇ ਪਾਣੀ ਦਾ ਗਲਾਸ ਫੜਾਇਆ। ਦੋਹਾਂ ਦੀਆਂ ਨਜ਼ਰਾਂ ਇੱਕ ਹੋਈਆਂ। ਚਾਨਣ ਦੀ ਸਿਹਤ ਦਿਨੋਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਅੱਜ ਸਵੇਰ ਤੋਂ ਹੀ ਚਾਨਣ ਨੂੰ ਗਰਮੀ ਕਾਰਨ ਮੱਥੇ ਤੇ ਤਰੇਲੀਆਂ ਆ ਰਹੀਆਂ ਸਨ। ਪਾਲੀ ਨੇ ਚਾਨਣ ਸਿਰਹਾਣੇ ਪਾਣੀ ਦੀ ਗੜਵੀ ਭਰ ਕੇ ਰੱਖ ਦਿੱਤੀ ਤੇ ਆਪ ਸੁੱਖੇ ਨਾਲ ਝਲਾਣੀ 'ਚ ਗੱਲਾਂ ਕਰਨ ਲੱਗੀ। ਉਸਨੇ ਸੁੱਖੇ ਨੂੰ ਰੋਟੀ ਫੜਾਈ ਤੇ ਥੋੜਾ ਹਨੇਰਾ ਹੋਏ ਤੋਂ ਆਉਣ ਲਈ ਕਿਹਾ। ਸੁੱਖਾ ਚੁੱਪਚਾਪ ਉੱਥੋਂ ਚਲਾ ਗਿਆ। ਘਰ ਵਿੱਚ ਸਿਰਫ ਚਾਨਣ ਦੀ ਬਜ਼ੁਰਗ ਮਾਂ ਸੀ, ਜਿਹੜੀ ਰੋਟੀ ਖਾਣ ਤੋਂ ਬਾਅਦ ਵਿਹੜੇ ਵਿੱਚ ਇੱਕ ਪਾਸੇ ਮੰਜੀ ਢਾਹ ਸੌਂ ਗਈ। ਪਾਲੀ ਨੇ ਜਲਦੀ ਨਾਲ ਸਾਰਾ ਕੰਮ ਸਮੇਟ ਦਿੱਤਾ ਤੇ ਰੋਟੀ ਖਾ ਕੇ ਵਿਹਲੀ ਹੋ ਗਈ। ਉਹ ਸੁੱਖੇ ਨੂੰ ਉਡੀਕਣ ਲੱਗੀ। ਗਲੀ ਵਿੱਚ ਕੋਈ ਕਾਮਾ ਜਾ ਰਿਹਾ ਸੀ ਤੇ ਕਿਤੇ ਕਿਤੇ ਕੋਈ ਕੁੱਤਾ ਭੌਂਕ ਰਿਹਾ ਸੀ। ਅੰਬਰਾਂ ਤੇ ਦੂਰ ਟਟੀਰੀ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਸੀ। ਵਿਸਾਖ ਦਾ ਹਨੇਰ ਪੱਖ ਹੋਣ ਕਾਰਨ ਹਨੇਰਾ ਵੱਧਦਾ ਜਾ ਰਿਹਾ ਸੀ। ਅਚਾਨਕ ਹੀ ਚਾਨਣ ਦਾ ਇੱਕ ਪਾਸੇ ਵਾਲਾ ਦਰਵਾਜ਼ਾ ਖੁੱਲਿਆ। ਸੁੱਖਾ ਪੋਲੇ ਪੈਰੀ ਚਾਨਣ ਦੀ ਮਾਂ ਤੋਂ ਲੁਕਦਾ ਉਹਨਾਂ ਦੀ ਇੱਕ ਕੱਚੀ ਸਵਾਤ ਅੰਦਰ ਵੜ ਗਿਆ। ਪਾਲੀ ਨੇ ਹੌਲੀ ਦੇਣੇ ਜਾਂ ਦਰਵਾਜ਼ਾ ਭੇੜ ਦਿੱਤਾ ਤੇ ਅੰਦਰੋਂ ਕੁੰਡਾ ਲਾ ਲਿਆ। ਪਾਲੀ ਤੇ ਸੁੱਖਾ ਕਾਫੀ ਦੇਰ ਗੱਲਾਂ ਕਰਦੇ ਰਹੇ। ਹਵਾ ਦੇ ਠੰਡੇ ਬੁੱਲੇ ਲੋਕਾਂ ਨੂੰ ਹੋਰ ਵੀ ਗੂੜੀ ਨੀਂਦ ਸੌਣ ਲਈ ਮਜਬੂਰ ਕਰ ਰਹੇ ਸਨ। ਜਾਗ ਰਹੇ ਸਨ ਤਾਂ ਸਿਰਫ ਸੁੱਖਾ ਤੇ ਪਾਲੀ। ਪਿੱਛੋਂ ਵਾਲਿਓ ਪਾਸੇ ਤੇਜ਼ ਹਵਾ ਵਗਣ ਲੱਗ ਪਈ। ਹਵਾ ਇੰਨੀ ਤੇਜ਼ ਸੀ ਕਿ ਲੱਗਦਾ ਸੀ ਕਿ ਝੱਖੜ ਆਵੇਗਾ ਤੇ ਫਸਲ ਦਾ ਬਹੁਤ ਨੁਕਸਾਨ ਕਰੇਗਾ। ਥੋੜੇ ਸਮਾਂ ਤੇਜ਼ ਹਵਾ ਰੁਕ ਗੁਰੂ ਘਰ ਵਿੱਚ ਪਾਠੀ ਸਿੰਘ ਨੇ ਆਵਾਜ਼ ਦਿੱਤੀ, ਸਤਨਾਮ ਵਾਹਿਗੁਰੂ ਜੀ, ਅੰਮ੍ਰਿਤ ਵੇਲਾ ਹੋ ਗਿਆ ਹੈ, ਭਾਈ ਉਠੋ। ਪਾਠੀ ਦੀ ਆਵਾਜ਼ ਸੁਣ ਸੁੱਖਾ ਉੱਠਿਆ ਅਤੇ ਕੰਧ ਦੇ ਪਰਛਾਵੇਂ ਆਪਣੇ ਘਰ ਨੂੰ ਇੱਧਰ ਉੱਧਰ ਵੇਖਦਾ ਤੇ ਵਿੜਕ ਲੈਂਦਾ ਆਪਣੇ ਘਰ ਅੰਦਰ ਵੜ ਗਿਆ। ਥੋੜੇ ਚਿਰ ਬਾਅਦ ਉਸਨੇ ਮਹਿਸੂਸ ਕੀਤਾ ਕਿ ਪਾਠੀ ਦੀ ਆਵਾਜ਼ ਨਾਲ ਕੁਝ ਹੋਰ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ। ਉਹਨੇ ਆਪਣੇ ਕੱਚੇ ਕੋਠੇ ਦੀ ਛੱਤ ਤੇ ਚੜ੍ਹ ਕੇ ਵੇਖਿਆ। ਇਹ ਆਵਾਜ਼ਾਂ ਚਾਨਣ ਕੇ ਘਰ ਵੱਲੋਂ ਹੀ ਆ ਰਹੀਆਂ ਸਨ। ਉਸਨੇ ਮਨ ਵਿੱਚ ਸੋਚਿਆ ਕਿ ਕੀ ਇਹ ਚਾਨਣ ਦੀ ਆਖਰੀ ਅਤੇ ਮੇਰੀ ਉਹਨਾਂ ਦੇ ਘਰ ਪਹਿਲੀ ਰਾਤ ਸੀ। ਚਾਨਣ ਦਾ ਦਾਹ ਸੰਸਕਾਰ ਤੋਂ ਲੈ ਕੇ ਅੰਤਿਮ ਅਰਦਾਸ ਹੋਣ ਤੱਕ ਸੁੱਖਾ ਪਾਲੀ ਦੇ ਘਰ ਹੀ ਰਿਹਾ। ਪਾਲੀ ਤੇ ਉਸਦੀ ਸੱਸ ਘਰ ਵਿੱਚ ਇਕੱਲੀਆਂ ਹੀ ਸਨ। ਦੋਹਾਂ ਦੀ ਜ਼ਿੰਦਗੀ ਵਿੱਚੋਂ ਚਾਨਣ ਕੀ ਗਿਆ। ਉਹਨਾਂ ਦੀ ਜ਼ਿੰਦਗੀ ਵਿੱਚ ਹਨੇਰਾ ਛਾ ਗਿਆ। ਉਹਨਾਂ ਦੀ ਸੁੱਖ ਮੰਗਣ ਵਾਲਾ ਇਕੱਲਾ ਸੁੱਖਾ ਹੀ ਸੀ। ਸੁੱਖੇ ਨੂੰ ਪਾਲੀ ਕੇ ਘਰ ਰਹਿੰਦਿਆਂ ਵੇਖ ਉਹਦੀ ਵੱਡੀ ਭਰਜਾਈ ਮਹਿੰਦਰੋਂ ਨੂੰ ਗੁੱਸਾ ਚੜ੍ਹਦਾ ਕਿ ਇਹ ਕੀ ਹੋ ਗਿਆ, ਬਾਜੀ ਕਿਤੇ ਉਲਟ ਨਾ ਪੈ ਜਾਵੇ। ਇਹ ਤਾਂ ਸਾਰਾ ਦਿਨ ਉਹਨਾਂ ਦੇ ਘਰੋਂ ਨਹੀਂ ਹਿਲਦਾ, ਹੋਰ ਨਾ ਕਿਤੇ ਕੋਈ ਨਵਾਂ ਚੰਦ ਚਾੜ ਦੇ। ਹੁਣ ਇਹਦੀ ਊਸਾ ਪਾਸੀ ਤਾਂ ਕਰਨੀ ਪਊ, ਹੋਰ ਨਾ ਕਿਤੇ ਆਪਣੇ ਹਿੱਸੇ ਵਹਿੰਦੀ ਪੈਲੀ ਇਹਨਾਂ ਨੂੰ ਦੇ ਦੇਵੇ। ਸੁੱਖਾ ਕਈ ਦਿਨਾਂ ਬਾਅਦ ਆਪਣੇ ਘਰ ਗਿਆ ਤਾਂ ਉਸਦੀ ਭਾਬੀ ਮਹਿੰਦਰੋਂ, ਜੋ ਕਿ ਉਸਦੇ ਘਰ ਵਾਲੀ ਬਣਨੋਂ ਰਹਿ ਗਈ ਸੀ, ਸੁੱਖੇ ਨੂੰ ਕਹਿੰਦੀ ਹੈ ਕਿ ਤੂੰ ਹੁਣ ਚਾਨਣ ਕੇ ਘਰ ਨਾ ਜਾਇਆ ਕਰ। ਲੋਕ ਸਾਨੂੰ ਮਿਹਣੇ ਮਾਰਦੇ ਆ ਕਿ ਤੂੰ ਪਾਲੀ ਕਿਉਂ ਰੋਟੀਆਂ ਖਾਂਦਾ। ਸੁੱਖੇ ਨੇ ਅੱਗੋਂ ਕਿਹਾ, ਮੈਂ ਕਿਹੜਾ ਚਾਰ ਨੂੰ ਜਾਣਾ, ਉਹ ਵਿਚਾਰੇ ਦੁਖੀ ਆ। ਅੱਗੋਂ ਮਹਿੰਦਰੋਂ ਕਹਿੰਦੀ, ਲੋਕਾਂ ਨੂੰ ਪਤਾ ਲੱਗਦਾ ਤੇਰੇ ਦੁੱਖ ਵੰਡਾਉਣ ਵਾਲੇ ਦਾ। ਐਨੀ ਗੱਲ ਕਹਿ ਸੁੱਖਾ ਭੇਡਾਂ ਬੱਕਰੀਆਂ ਵਾਲੇ
ਵੱਲ ਨੂੰ ਜਾਣ ਲੱਗਿਆ ਤਾਂ ਮਹਿੰਦਰੋਂ ਨੇ ਸੁੱਖੇ ਨੂੰ ਕਿਹਾ, ਚਾਹ ਬਣੀ ਪਈ ਆ, ਪੀ ਕੇ ਚਲਾ ਜਾਵੀਂ। ਮਹਿੰਦਰੋਂ ਦੀ ਆਵਾਜ਼ ਵਿੱਚ ਥੋੜ੍ਹੀ ਨਰਮਾਈ ਤੇ ਲਹਿਜੇ ਵਿੱਚ ਚਾਲ ਸੀ। ਸੁੱਖਾ ਵਾਪਸ ਮੁੜਿਆ ਤੇ ਚੁੱਲ੍ਹੇ ਕੋਲ ਬੈਠ ਗਿਆ। ਮਹਿੰਦਰੋਂ ਨੇ ਨੀਰੇ ਦੁੱਧ ਦੀ ਬਣਾਈ ਚਾਹ ਦੀ ਬਾਟੀ ਭਰ ਕੇ ਸੁੱਖੇ ਕੋਲ ਰੱਖੀ। ਸਿਆਣੇ ਸੱਚ ਹੀ ਕਹਿੰਦੇ ਆ ਕਿ ਗੋ ਭਨਾਵੇ ਜੋ ਭਾਵੇ ਗਿੱਲੇ ਹੋਣ। ਮਹਿੰਦਰੋਂ ਨੂੰ ਜ਼ਮੀਨ ਦਾ ਲਾਲਚ ਸੀ। ਵਾਢੀ ਦੀਆਂ ਛੁੱਟੀਆਂ ਖਤਮ ਹੋ ਗਈਆਂ ਤੇ ਰੂਪਾ ਆਪਣੇ ਸਕੂਲ ਚਲੀ ਗਈ। ਕਾਲਜ ਵਿੱਚ ਸਿੰਧੂ ਦੇ ਪੇਪਰ ਸ਼ੁਰੂ ਹੋ ਚੁੱਕੇ ਸਨ। ਸਿੰਧੂ ਨੇ ਆਪਣੀ ਭਾਬੀ ਨੂੰ ਕਿਹਾ, ਭਾਬੀ ਹੁਣ ਮੇਰੇ ਪੇਪਰ ਸ਼ੁਰੂ ਆ। ਜਿੰਨਾ ਟਾਈਮ ਮੈਂ ਇੱਥੇ ਆਉਣ ਜਾਣ ਤੇ ਖਰਾਬ ਕਰਦਾ ਓਨਾ ਮੈਂ ਉੱਥੇ ਆਪਣੇ ਸਾਥੀਆਂ ਨਾਲ ਰਲ ਮਿਲ ਪੜ੍ਹ ਲਿਆ ਕਰਾਂ। ਭਾਬੀ ਨੂੰ ਡਰ ਵੀ ਸੀ ਕਿ ਪਰ ਸਿੰਧੂ ਦੀ ਪੜ੍ਹਾਈ ਕਰਕੇ ਉਹਨੇ ਹਾਂ ਕਰ ਦਿੱਤੀ। ਸਿੰਧੂ ਨੇ ਆਪਣੇ ਕੱਪੜੇ ਚੁੱਕੇ ਤੇ ਭਾਬੀ ਦੇ ਪੈਰੀ ਹੱਥ ਲਾ ਬਾਹਰ ਚਲਿਆ ਗਿਆ। ਸਿੰਧੂ ਸਭ ਤੋਂ ਪਹਿਲਾਂ ਰੂਪਾ ਕੋਲ ਗਿਆ। ਸਿੰਧੂ ਨੂੰ ਵੇਖ ਰੂਪਾ ਬੋਲੀ, ਸਿੰਧੂ ਤੈਨੂੰ ਇੰਨੇ ਦਿਨ ਮੇਰੀ ਯਾਦ ਨਹੀਂ ਆਈ? ਸਿੰਧੂ ਨੇ ਉਦਾਸਿਆ ਜਿਹਾ ਮੂੰਹ ਕਰ ਕਿਹਾ, ਯਾਦ ਤਾਂ ਬਹੁਤ ਆਉਂਦੀ ਸੀ, ਪਰ ਕੀ ਕਰਦਾ, ਇੱਕ ਤਾਂ ਤੂੰ ਵੀ ਘਰੇ ਸੀ, ਦੂਜਾ ਮੈਨੂੰ ਭਾਬੀ ਤੋਂ ਡਰ ਲੱਗਦਾ ਸੀ। ਚੱਲ ਹੁਣ ਤਾਂ ਮੈਂ ਤੇਰੇ ਕੋਲ ਹੀ ਆ। ਰੂਪਾ ਨੇ ਸਿੰਧੂ ਨੂੰ ਕਿਹਾ, ਛੁੱਟੀਆਂ ਵਿੱਚ ਭੂਆ ਆਈ ਸੀ, ਵਿਆਹ ਬਾਰੇ ਕਹਿੰਦੀ ਸੀ ਕਿ ਰੂਪਾ ਤੋਂ ਛੋਟੀਆਂ ਕੁੜੀਆਂ ਵੀ ਇਹਦੇ ਬਰੋਬਰ ਦੀਆਂ ਹੋ ਗਈਆਂ ਹਨ, ਹੁਣ ਇਹਦਾ ਵਿਆਹ ਕਰ ਦੇ। ਇਹ ਗੱਲ ਸੁਣ ਮੇਰੇ ਤਾਂ ਤਰਾ ਨਿਕਲ ਗਏ ਸੀ, ਪਰ ਮੈਂ ਵੀ ਮਾਂ ਨੂੰ ਕਹਿ ਦਿੱਤਾ ਕਿ ਹਜੇ ਮੈਂ ਵਿਆਹ ਨਹੀਂ ਕਰਵਾਉਣਾ। ਕਿਤੇ ਨਾ ਕਿਤੇ ਸਿੰਧੂ ਦੇ ਮਨ ਵਿੱਚ ਵੀ ਇਸ ਗੱਲ ਦਾ ਲਾਲਚ ਸੀ ਕਿ ਜੇ ਇਸਨੇ ਵਿਆਹ ਕਰਵਾ ਲਿਆ ਤਾਂ ਮੇਰੀ ਪੜ੍ਹਾਈ ਦਾ ਖਰਚ ਕੌਣ ਕਰੇਗਾ। ਆਪਣੇ ਮਨ ਵਿੱਚ ਕੁਝ ਸੋਚ ਉਹ ਬੋਲਿਆ, ਰੂਪਾ ਤੂੰ ਵਿਆਹ ਨਾ ਕਰਵਾਈ, ਤੇਰੇ ਬਿਨਾਂ ਮੈਂ ਰਹਿ ਨਹੀਂ ਸਕਦਾ। ਰੂਪਾ ਸੀਰੀਅਸ ਹੋਏ ਸਿੰਧੂ ਵੱਲ ਵੇਖ ਹੱਸੀ ਤੇ ਬੋਲੀ, ਕਿਤੇ ਨਹੀਂ ਜਾਂਦੀ ਤੈਨੂੰ ਛੱਡ ਕੇ, ਪਰ ਤੇਰਾ ਨਹੀਂ ਪਤਾ ਸਿੰਧੂ। ਸਿੰਧੂ ਨੇ ਦਿਲਾਸਾ ਦਿੰਦਿਆਂ ਕਿਹਾ, ਵੇਖ ਰੂਪਾ ਜੇ ਤੂੰ ਕਹੇ ਵਿਆਹ ਕਰਵਾਉਣ ਨੂੰ ਮੈਂ ਉਹ ਵੀ ਤਿਆਰ ਹਾਂ, ਪਰ ਤੂੰ ਮੈਨੂੰ ਛੱਡ ਕਿਤੇ ਹੋਰ ਨਾ ਜਾਵੀਂ। ਪਾਲੀ ਚਾਨਣ ਨੂੰ ਯਾਦ ਕਰਕੇ ਰੋਂਦੀ ਰਹਿੰਦੀ, ਮਨ ਵਿੱਚ ਸੋਚਦੀ ਕਿ ਡੁੱਬੜੇ ਨੇ ਕਦੇ ਮੈਨੂੰ 19 ਵਾਟ ਕੱਲੀ ਨਹੀਂ ਸੀ ਜਾਣ ਦਿੱਤਾ। ਜੇ ਮੈਂ ਕਦੇ ਇਉਂ ਉਦਾਸ ਬੈਠ ਜਾਣਾ ਤਾਂ ਮੈਨੂੰ ਪੁੱਛਦਾ ਨਹੀਂ ਸੀ ਥੱਕਦਾ ਕਿ ਤੈਨੂੰ ਕੀ ਹੋਇਆ। ਚਾਨਣ ਤਾਂ ਚਾਨਣ ਹੀ ਸੀ, ਜਦੋਂ ਦਾ ਮੇਰੀ ਜ਼ਿੰਦਗੀ ਵਿੱਚੋਂ ਗਿਆ ਹਨੇਰਾ ਹੀ ਕਰ ਗਿਆ। ਡੁੱਬੜਿਆ ਮੈਨੂੰ ਵੀ ਆਪਦੇ ਨਾਲ ਲੈ ਜਾਂਦਾ, ਹੁਣ ਲੋਕਾਂ ਤੋਂ ਮਿਹਣੇ ਕਰਾਉਣ ਨੂੰ ਥਾਂ ਕਰ ਗਿਆ ਤੂੰ। ਸੱਚ ਹੀ ਕਹਿੰਦੇ ਆ ਲੋਕੀ, ਅੱਖੇ ਜਿਨ੍ਹਾਂ ਦੇ ਰੂਪ ਨੇ ਸੋਹਣੇ ਉਹਨਾਂ ਦੇ ਲੇਖ ਨੇ ਖੋਟੇ। ਲੇਖ ਹੀ ਖੋਟੇ ਆ ਮੇਰੇ। ਨਾ ਮੇਰਾ ਪਿਓ ਮਰਦਾ, ਨਾ ਹੀ ਮੈਂ ਇਸ ਪਿੰਡ ਆਉਂਦੀ ਤੇ ਨਾ ਹੀ ਇਹ ਭਾਣਾ ਵਰਤਦਾ, ਪਰ ਡਾਢੇ ਅੱਗੇ ਕਿਹਦਾ ਜ਼ੋਰ ਆ। ਭੋਗ ਮਣਾ ਚਿਤਲਾ ਕੇ ਲਿਖੀਆਂ ਲੇਖ ਦੀਆਂ। ਉਦਾਸ ਬੈਠੀ ਪਾਲੀ ਨੂੰ ਵੇਖ ਉਹਦੀ ਸੱਸ ਬੋਲੀ, ਨੀ ਧੀਏ ਇਉਂ ਕਿਉਂ ਬੈਠੀ ਆ, ਆਉਣ ਵਾਲੇ ਸਮੇਂ ਦੀ ਸੁੱਖ ਮੰਗ। ਪਾਲੀ ਦੀਆਂ ਅੱਖਾਂ ਵਿੱਚ ਤ੍ਰਿਪ ਤ੍ਰਿਪ ਹੰਝੂ ਵਹਿ ਤੁਰੇ। ਉਹ ਮੰਜੇ ਦੀ ਬਾਹੀ ਨਾਲ ਸਿਰਲਾ ਬਹੁਤ ਰੋਈ। ਕਹਿਣ ਲੱਗੀ, ਜੇ ਕੋਈ ਨਿਸ਼ਾਨੀ ਹੀ ਦੇ ਜਾਂਦਾ ਉਹਦੇ ਸਹਾਰੇ ਦਿਨ ਕੱਟ ਲੈਂਦੀ, ਪਰ ਆ ਤਾਂ ਨੀਰਾ ਧੋਖਾ ਕਰ ਗਿਆ ਚਾਨਣਾ ਮੇਰੀ ਜ਼ਿੰਦਗੀ ਨਾਲ। ਮਾਂ ਜੀ ਮੇਰਾ ਕਿਤੇ ਜੀ ਨਹੀਂ ਲੱਗਦਾ, ਕੀ ਕਰਾਂ ਮੈਂ। ਐਨੇ ਨੂੰ ਸੁੱਖਾ ਪੱਠਿਆਂ ਦੀ ਪੰਡ ਸਿਰ ਤੇ ਚੁੱਕੀ ਲਈ ਆਇਆ। ਟੋਕੇ ਵਾਲੀ ਮਸ਼ੀਨ ਕੋਲ ਪੱਠਿਆਂ ਦੀ ਪੰਡ ਸੁੱਟ ਉਹ ਮੁੜਨ ਲੱਗਿਆ ਤਾਂ ਪਾਲੀ ਦੀ ਸੱਸ ਨੇ ਆਵਾਜ਼ ਮਾਰੀ, ਵੇ ਸੁੱਖਿਆ ਅੱਜ ਪਾਲੀ ਦਾ ਚਿੱਤ ਢੀਲਾ, ਤੂੰ ਹੀ ਪੱਠੇ ਕੁਤਰ ਦੇ। ਸੁੱਖਾ ਚੁੱਪਚਾਪ ਪੱਠੇ ਵੱਲ ਹੋ ਤੁਰਿਆ। ਕੱਲੇ ਨੂੰ ਟੋਕਾ ਕਰਨਾ ਔਖਾ ਸੀ। ਪਾਲੀ ਸੁੱਖੇ ਨੂੰ ਪੱਠੇ ਕੁਤਰਦਾ ਔਖਾ ਹੁੰਦਿਆਂ ਵੇਖ ਰੁੱਗ ਲਾਉਣ ਚਲੀ ਗਈ। ਵਾਰ-ਵਾਰ ਸੁੱਤੀ ਚੁੰਨੀ ਨਾਲ ਅੱਖਾਂ ਪੂੰਝਦੀ ਪਾਲੀ ਨੂੰ ਵੇਖ ਸੁੱਖੇ ਨੇ ਕਿਹਾ, ਕੀ ਗੱਲ ਅੱਜ ਇੰਨਾ ਚਿੱਤ ਭੈੜਾ ਕੀਤਾ। ਪਾਲੀ ਦੇ ਅੰਦਰਵਾ ਵੈਰਾਗ ਮਣਾ ਮੂੰਹੀ ਫੁੱਟ ਗਿਆ ਸੀ। ਉਹਦਾ ਫੇਰ ਰੋਣ ਨਿਕਲ ਗਿਆ। ਸੁੱਖਿਆ ਕਿੱਥੇ ਗਿਆ ਮੇਰਾ ਬੰਦਾ। ਇਹੋ ਜਿਹੇ ਬੰਦੇ ਦੀਵੇ ਬਾਲ ਨਹੀਂ ਲੱਭਦੇ। ਖੌਰੇ ਕਿਹੜੀ ਧਰਤੀ ਉਹਨੂੰ ਆਪਦੇ ਅੰਦਰ ਹੀ ਸਮਾ ਗਈ। ਸੁੱਖੇ ਨੂੰ ਪਾਲੀ ਤੇ ਤਰਸ ਜਿਹਾ ਆਇਆ। ਨਾ ਪਾਲੀ ਰੋ ਨਾ, ਤੈਨੂੰ ਆਏ ਵੇਖ ਤਾਈ ਤਾਂ ਕੀ ਬਣੂ। ਤੂੰ ਹੁਣ ਥੋੜਾ ਹੌਸਲੇ ਵਿੱਚ ਰਿਹਾ ਕਰ। ਪਾਲੀ ਦੀ ਸੱਸ ਨੇ ਆਵਾਜ਼ ਮਾਰੀ, ਨੀ ਪਾਲੀ ਬਾਹਰ ਵੇਖ ਕੌਣ ਆਉਂਦਾ। ਪਾਲੀ ਬਾਹਰ ਝਾਕੀ ਤਾਂ ਵੇਖਿਆ ਬੱਸੋ ਆਪਣੇ ਨਿਆਣਿਆਂ ਨਾਲ ਅੰਦਰ ਆ ਰਹੀ ਸੀ। ਬੱਸੋ ਨੂੰ ਵੇਖ ਪਾਲੀ ਠਠਬਰ ਗਈ। ਸੁੱਖਾ ਟੋਕਾ ਕਰੀ ਜਾ ਰਿਹਾ ਸੀ। ਬੱਸੋ ਆਉਂਦਿਆਂ ਹੀ ਆਪਣੀ ਸੱਸ ਨੂੰ ਚੁੰਬੜ ਗਈ ਤੇ ਕਹਿਣ ਲੱਗੀ, ਬੇਬੇ ਜੇ ਮੈਂ ਹਿੱਸਾ ਲੈ ਗਈ ਸੀ ਇਹਦਾ ਮਤਲਬ ਇਹ ਨਹੀਂ
ਕਿ ਤੁਸੀਂ ਛੋਟੀ ਦੇ ਬਾਪੂ ਦਾ ਸੁਨੇਹਾ ਹੀ ਨਾ ਲਾਉਂਦੇ। ਮੈਨੂੰ ਜਦੋਂ ਪਤਾ ਲੱਗਿਆ ਝੱਟ ਆ ਗਈ। ਬੱਸੋ ਨੂੰ ਵੇਖ ਪਾਲੀ ਹੈਰਾਨ ਹੋਈ ਤੇ ਗਿਲਾਸਾਂ ਵਿੱਚ ਪਾਣੀ ਲੈ ਜਦੋਂ ਨੇੜੇ ਹੋਈ ਤਾਂ ਬੱਸੋ ਨੇ ਪਾਣੀ ਛੱਡਿਆ ਤੇ ਪਾਲੀ ਦੇ ਗਲ ਅੱਗ ਰੋਣ ਲੱਗੀ। ਪਾਲੀ ਬੁੱਤ ਬਣੀ ਖੜੀ ਰਹੀ। ਉਹਦੀਆਂ ਅੱਖਾਂ ਵਿੱਚ ਕੋਈ ਹੰਝੂ ਨਾ ਡਿੱਗਿਆ। ਉਹ ਆਪਣੇ ਮਨ ਵਿੱਚ ਸਿਰਫ ਇਹੀ ਸੋਚ ਰਹੀ ਸੀ ਕਿ ਬੱਸੋ ਹੁਣ ਕਿਹੜੀ ਸਿਆਸਤ ਨਾਲ ਆਈ ਆ। ਚਾਨਣ ਦੀ ਮਾਂ ਜਾਣੇ ਕਿ ਆਪਣੀ ਸੱਸ ਨਾਲ ਬੱਸੋ ਚਾਨਣ ਦੀਆਂ ਗੱਲਾਂ ਕਰਦੀ ਰਹੀ। ਦੋਹਾਂ ਨੂੰ ਗੱਲਾਂ ਕਰਦਿਆਂ ਵੇਖ ਪਾਲੀ ਰੋਟੀ ਟੁੱਕ ਕਰਨ ਲੱਗੀ। ਸੁੱਖਾ ਪੱਠੇ ਕੁਤਰ ਕੇ ਆਪਣੇ ਘਰ ਚਲਿਆ ਗਿਆ ਸੀ। ਬੱਸੋ ਕੋਲ ਚਾਨਣ ਤੋਂ ਸਿਵਾਏ ਵੀ ਇੱਕ ਬਹੁਤ ਵੱਡਾ ਦੁੱਖ ਸੀ। ਪਾਲੀ ਨੇ ਬੱਸੋ ਤੇ ਉਹਦੇ ਬੱਚਿਆਂ ਨੂੰ ਰੋਟੀ ਖਵਾਈ ਤਾਂ ਬੱਸੋ ਨੇ ਪਾਲੀ ਨੂੰ ਕਿਹਾ, ਇੱਧਰ ਮੇਰੇ ਕੋਲ ਵੀ ਬਹਿ ਜਾ, ਮੈਂ ਤੇਰੀ ਦੁਸ਼ਮਣ ਨਹੀਂ। ਇਹ ਸਭ ਤਾਂ ਲੇਖਾਂ ਦਾ ਲਿਖਿਆ ਹੁੰਦਾ, ਬੰਦਾ ਆਪ ਭੋਗੀ ਜਾਂਦਾ। ਵੇਖ ਲਾ ਪਾਲੀ, ਜਦੋਂ ਤੈਨੂੰ ਚਾਨਣ ਲੈ ਕੇ ਆਇਆ ਸੀ ਮਨ ਵਿੱਚ ਕ੍ਰੋਧ ਜ਼ਰੂਰ ਸੀ ਪਰ ਨਫ਼ਰਤ ਨਹੀਂ। ਮੇਰੇ ਭਰਾਵਾਂ ਨੇ ਚੱਕ ਚਕਾ ਕੇ ਮੈਨੂੰ ਹਿੱਸਾ ਮੰਗਣ ਲਈ ਕਿਹਾ। ਮੈਂ ਸੋਚਿਆ ਮਾਂ ਜਾਏ ਹੈਗੇ ਆ, ਸਹੀ ਕਹਿੰਦੇ ਹੋਣਗੇ, ਅੱਜ ਤਾਂ ਮੈਨੂੰ ਗੱਲ ਨਾਲ ਲਾਉਂਦੇ ਆ, ਚੱਲ ਮੈਂ ਇਹਨਾਂ ਦੀ ਵੀ ਰੱਖ ਲਾਂ। ਪੁੱਛ ਹੀ ਨਾ ਬੀਬੀ, ਜਦੋਂ ਦੀ ਗਈਆਂ ਪੇਕੇ ਮੇਰੇ ਭਰਾਵਾਂ ਨੇ ਇੱਕ ਦਿਨ ਵੀ ਚੱਜ ਨਾਲ ਸੌਣ ਨਹੀਂ ਦਿੱਤਾ। ਆਖੇ ਤੂੰ ਛੇਤੀ ਪਿੰਡ ਵਾਲੀ ਜ਼ਮੀਨ ਨੂੰ ਵੇਚ ਦੇ। ਮੈਂ ਤਾਂ ਮਸਾਂ ਦਿਨ ਕੱਢੇ ਆ ਉਹਨਾਂ ਨਾਲ। ਨਿੱਤ ਭਰਜਾਈਆਂ ਉਹਨਾਂ ਦੇ ਕੰਨ ਭਰਦੀਆਂ ਸੀ। ਘੁੱਟ-ਘੁੱਟ ਕੇ ਜਿਉਣ ਨਾਲੋਂ ਬੰਦਾ ਮਰਿਆ ਵੀ ਚੰਗਾ। ਮੈਨੂੰ ਤਾਂ ਪਰਸੋਂ ਹੀ ਨੈਲੋ ਕੀ ਚਰਨੋਂ ਨੇ ਦੱਸਿਆ, ਆਖੇ ਚਾਨਣ ਪੂਰਾ ਹੋ ਗਿਆ। ਮੇਰੇ ਤਾਂ ਬੇਬੇ ਸਾਹ ਹੀ ਸੁੱਕ ਗਏ। ਸੋਚਿਆ ਕਿ ਅੜਿਆ ਮਰ ਗਿਆ, ਨਾਲ ਕਾਹਦੇ ਸ਼ਿਕਵੇ। ਪਾਲੀ ਕੁਝ ਨਾ ਬੋਲੀ ਪਰ ਬੈਠੇ ਜਵਾਕ ਪਾਲੀ ਨੂੰ ਪਿਆਰ ਕਰ ਰਹੇ ਸੀ। ਪਾਲੀ ਨੂੰ ਉਹਨਾਂ ਦਾ ਇੰਜ ਕਰਨਾ ਚੰਗਾ ਲੱਗਿਆ। ਬੱਸੋ ਨੇ ਕਿੰਨੇ ਸਾਲ ਚਾਨਣ ਨਾਲ ਬਿਤਾਏ ਸੀ, ਅੱਜ ਉਸਨੂੰ ਯਾਦ ਆ ਰਿਹਾ ਸੀ। ਬੀਤੀਆਂ ਯਾਦਾਂ ਨੂੰ ਤਾਜ਼ਾ ਕਰ ਬੱਸੋ ਦਾ ਮਨ ਭਰ-ਭਰ ਆ ਰਿਹਾ ਸੀ। ਹਨੇਰਾ ਜਿਹਾ ਹੋਇਆ ਤਾਂ ਚਾਨਣ ਦੀ ਮਾਂ ਨੇ ਯਾਦ ਕੀਤਾ, ਨੀ ਪਾਲੀ, ਆਪਣਾ ਪੀਣ ਸਿੱਟਿਆ ਸੀ, ਸੁੱਖਾ ਲਿਆਇਆ ਕਿ ਨਾ। ਪਾਲੀ ਨੇ ਕਿਹਾ ਕਿ ਸੁੱਖਾ ਭੁੱਲ ਗਿਆ ਹੋਣਾ। ਐਨੀ ਗੱਲ ਕਹਿੰਦਿਆਂ ਹੀ ਬੂਹਾ ਖੜਕਿਆ। ਬੂਹੇ ਅੱਗੇ ਸੁੱਖਾ ਆਟੇ ਦਾ ਭਰਿਆ ਗੱਟਾ ਲਈ ਖੜਾ ਸੀ। ਬੱਸੋ ਨੇ ਆਪਣੀ ਸੱਸ ਨੂੰ ਪੁੱਛਿਆ, ਬੀਬੀ ਆਹ ਮੁੰਡਾ ਸੁੱਖਾ ਹੀ ਆ? ਚਾਚੇ ਮਾਣੇ ਕਾ? ਹਾਂ ਪੁੱਤ ਉਹੀ ਆ। ਇਹ ਤਾਂ ਮੇਰਾ ਦੂਜਾ ਪੁੱਤ ਬਣ ਗਿਆ, ਸਾਰਾ ਘਰ ਦਾ ਕੰਮ ਇਹੀ ਕਰਦਾ ਵਿਚਾਰਾ, ਰੱਬ ਲੰਬੀਆਂ ਉਮਰਾਂ ਬਖਸ਼ੇ। ਪਾਲੀ ਨੇ ਫਿਰ ਪੁੱਛਿਆ, ਇਹਦਾ ਸਾਕ ਹੋ ਗਿਆ ਕਿ ਨਹੀਂ? ਬੀਬੀ ਬੋਲੀ, ਨਹੀਂ ਪੁੱਤ, ਇਹਦੇ ਤਾਂ ਕਰਮ ਹੀ ਫੁੱਟ ਗਏ। ਸੁੱਖ ਨਾਲ ਛੋਟੇ ਵਿਆਹੇ ਗਏ ਤੇ ਇਹ ਰਹਿ ਗਿਆ। ਪਾਲੀ ਅੱਜ ਵੀ ਕੁਝ ਠੀਕ ਨਹੀਂ ਸੀ ਲੱਗ ਰਹੀ, ਪਰ ਸੁੱਖੇ ਦੇ ਆਉਂਦਿਆਂ ਉਸਨੂੰ ਕੁਝ ਤਾਂ ਹੌਸਲਾ ਹੁੰਦਾ। ਸੁੱਖਾ ਜਦੋਂ ਆਪਣੇ ਘਰੋਂ ਨਿਕਲਿਆ ਤਾਂ ਮਹਿੰਦਰੋਂ ਨੇ ਵੇਖ ਲਿਆ ਸੀ। ਮਹਿੰਦਰੋਂ ਤੋਂ ਇਹ ਸਭ ਬਰਦਾਸ਼ਤ ਨਹੀਂ ਸੀ ਹੋ ਰਿਹਾ। ਆਪਣੇ ਮਨ ਵਿੱਚ ਹੀ ਕੁਲਛਦੀ ਫਿਰਦੀ ਮਹਿੰਦਰੋਂ ਨੂੰ ਵੇਖ ਵੀਰਾ ਬੋਲੀ, ਭੈਣੇ ਕੋਈ ਗੱਲ ਹੋਈ ਆ, ਤੂੰ ਐਂ ਫਿਰਦੀ ਆ? ਮਹਿੰਦਰੋਂ ਨੇ ਵੀਰਾ ਨੂੰ ਉੱਚੀ ਆਵਾਜ਼ ਵਿੱਚ ਕਿਹਾ, ਕੀ ਹੋਣਾ ਮੈਨੂੰ? ਤੂੰ ਆਪਦਾ ਕੰਮ ਕਰ ਚੁੱਪ ਕਰਕੇ, ਮੈਂ ਜਰਾ ਤਾਰੋ ਭੈਣ ਕੋਲ ਜਾ ਕੇ ਆਉਣੀ ਆ। ਵੀਰਾ ਨੂੰ ਪਤਾ ਸੀ ਕਿ ਮਹਿੰਦਰੋਂ ਸੁੱਖੇ ਤੇ ਔਖੀ ਆ। ਸੁੱਖੇ ਦਾ ਪਾਲੀ ਕੇ ਘਰ ਜਾਣਾ ਉਹਨੂੰ ਚੁੱਭਦਾ ਸੀ। ਲਾਲਚ ਵਿੱਚ ਅੰਨੀ ਮਹਿੰਦਰੋਂ ਨੂੰ ਸਿਵਾਏ ਜ਼ਮੀਨ ਦੇ ਕੁਝ ਵਿਖਾਈ ਨਹੀਂ ਸੀ ਦਿੰਦਾ। ਮਹਿੰਦਰੋਂ ਤਾਰੋ ਕੇ ਘਰ ਗਈ ਤਾਂ ਅੱਗੇ ਬੈਠੀ ਤਾਰੋ ਪੀੜੀ ਤੋਂ ਭੱਜ ਕੇ ਉੱਠੀ। ਦੋਹੇ ਇੱਕ ਮੰਜੇ ਉੱਤੇ ਬੈਠ ਗਈਆਂ। ਤਾਰੋ ਕਹਿਣ ਲੱਗੀ, ਨੀ ਮੈਂ ਤੇਰੇ ਕੋਲ ਆਉਣ ਹੀ ਲੱਗੀ ਸੀ। ਆਹ ਤੇਰਾ ਜੇਠ ਕੀ ਕਾਰੇ ਕਰਦਾ ਫਿਰਦਾ? ਮਹਿੰਦਰੋਂ ਲਾਲ ਪੀਲੀ ਹੁੰਦੀ ਬੋਲੀ, ਨੀ ਤਾਂ ਹੀ ਤਾਂ ਆਈ ਆਂ ਮੈਂ ਤੇਰੇ ਕੋਲੇ। ਮੈਂ ਤਾਂ ਤੇਰੇ ਸਾਹਮਣੇ ਬਥੇਰੇ ਵੈਣ ਵਹਾ ਲਏ, ਸਾਕ ਵੀ ਮਾਮੇ ਨੂੰ ਕਹਿ ਤੁੜਾ ਦਿੱਤਾ ਇਹਦਾ, ਤੇ ਹੁਣ ਦੱਸ ਇਹ ਤਾਂ ਉਸ ਰੰਡੀ ਦੇ ਦੁਆਰੇ ਬੈਠ ਗਿਆ। ਮੈਨੂੰ ਤਾਂ ਸ਼ੱਕ ਅੜੀਏ ਇਹ ਕਿਤੇ ਉਹਨੂੰ ਘਰੇ ਨਾ ਲੈ ਆਵੇ। ਤੂੰ ਦੱਸ ਕੋਈ ਹਿੱਲਾ? ਤਾਰੋ ਬੁੱਲਾਂ ਵਿੱਚ ਹੱਸਦੀ ਬੋਲੀ, ਅੱਧੀ ਆ ਮੈਂ ਚੰਨ ਮਾਹੀ ਦੀ, ਅੱਧੀ ਤੇਰੀਆਂ ਮਲਾਜੇਦਾਰਾ। ਮਹਿੰਦਰੋਂ ਨੂੰ ਗੁੱਸਾ ਆਇਆ, ਨਾ ਤੈਨੂੰ ਮੈਂ ਕੀ ਪੁੱਛਿਆ ਤੇ ਤੂੰ ਕੀ ਆਹ ਗੀਤ ਜੇ ਗਾਉਣ ਲੱਗ ਪਈ? ਤਾਰੋ ਕਹਿੰਦੀ, ਵੇਖ ਤੈਨੂੰ ਇੱਕ ਗੱਲ ਤਾਂ ਹਜੇ ਤੱਕ ਨਹੀਂ ਪਤਾ, ਪਰ ਹੁਣ ਇਹ ਤੈਨੂੰ ਦੱਸ ਤਾਂ ਤੇਰਾ ਰੱਜ ਕੇ ਫਾਇਦਾ ਹੋਊ। ਹੁਣ ਤੂੰ ਦੱਸ ਗੱਲ, ਦੱਸੀ ਦਾ ਕੀ ਦੇਵੇਂਗੀ? ਮਹਿੰਦਰੋਂ ਕਾਹਲ ਵਿੱਚ ਬੋਲੀ, ਨੀ ਲੈ ਲਵੀਂ 2 ਗੱਟੇ ਦਾਣਿਆਂ ਦੇ, ਅੱਗੇ ਦੱਸ ਕਿਹੜਾ ਕੁਝ ਦਿੱਤਾ ਨਹੀਂ, ਹੁਣ ਛੇਤੀ ਦੱਸ ਕੀ ਗੱਲ ਆ? ਤਾਰੋ ਪਹਿਲਾਂ ਹੱਸੀ
ਫਿਰ ਕਹਿਣ ਲੱਗੀ, ਨੀ ਪਹਿਲਾਂ ਤੇਰਾ ਸਾਕ ਸੁੱਖੇ ਨੂੰ ਹੁੰਦਾ ਸੀ, ਪਰ ਕਿਸਮਤ ਵੇਖ ਲਾ, ਰੁਪਇਆ ਸੁੱਖੇ ਨੂੰ ਫੜਾਉਣਾ ਸੀ ਪਰ ਫੜਾ ਗਿੰਦੇ ਨੂੰ ਗਏ। ਹੁਣ ਤੋਂ ਕੋਈ ਦਾ ਪੇਚ ਖੇਡ, ਨਾਲੇ ਹੁਣ ਤੂੰ ਸੁੱਖੇ ਦਾ ਖਾਸ ਖਿਆਲ ਰੱਖਿਆ ਕਰ, ਐਵੇਂ ਨਾ ਹੱਥੋਂ ਗਵਾ ਲਈ ਪੈਲੀ। ਤਾਰੋ ਦੀ ਗੱਲ ਸੁਣ ਜਿਵੇਂ ਮਹਿੰਦਰੋ ਦੇ ਚਿਹਰੇ ਤੋਂ ਕੋਈ ਪਰੇਸ਼ਾਨੀ ਹਟ ਗਈ ਹੋਵੇ। ਉਹ ਤਾਰੋ ਦਾ ਧੰਨਵਾਦ ਘਰ ਆ ਗਈ। ਘਰ ਆਉਂਦਿਆਂ ਹੀ ਮਹਿੰਦਰੋ ਨੇ ਵੀਰਾ ਨੂੰ ਕਿਹਾ, ਅੱਜ ਮੈਂ ਖੀਰ ਬਣਾਉਣੀ ਆ, ਜਾ ਵਾੜੇ ਚੋਂ 4 ਛਟੀਆਂ ਤੇ ਪੱਠਲ ਗੋਹੇ ਦਾ ਲਿਆ ਦੇ। ਵੀਰਾ ਹੈਰਾਨ ਹੋਈ ਕਿ ਪਹਿਲਾਂ ਤਾਂ ਇਹਦੇ ਮੂੰਹ ਤੇ 12 ਵੱਜੇ ਪਏ ਸੀ, ਹੁਣ ਇਹ ਕਿਵੇਂ ਖੀਰ ਰਿੰਨ੍ਹਦੀ ਫਿਰਦੀ ਆ, ਨਾਲੇ ਇਹ ਤਾਂ ਅੱਡ ਰੋਟੀ ਟੁੱਕ ਕਰਦੀ ਆ, ਪਰ ਅੱਜ ਸਾਡੇ ਚੌਂਕੇ ਤੇ ਕਿਵੇਂ? ਮਹਿੰਦਰੋ ਨੇ ਪੂਰੀ ਰੀਝ ਨਾਲ ਖੀਰ ਬਣਾਈ। ਸੁੱਖਾ ਹਜੇ ਆਇਆ ਨਹੀਂ ਸੀ। ਛੋਟੇ ਦੋਹੇ ਭਾਈ ਮਹਿੰਦਰੋ ਦੇ ਇਸ ਰਵੱਈਏ ਤੋਂ ਹੈਰਾਨ ਵੀ ਸਨ ਤੇ ਖੁਸ਼ ਵੀ। ਮਾਨੇ ਨੂੰ ਖੀਰ ਖਵਾ ਕੇ ਮਹਿੰਦਰੋ ਬੋਲੀ, ਬਾਪੂ ਜੀ ਗੁੱਸਾ ਨਾ ਕਰਿਓ ਇਸ ਗੱਲ ਦਾ, ਪਰ ਸੁੱਖੇ ਦਾ ਰੋਜ਼ ਚਾਨਣ ਕੇ ਘਰ ਜਾਣਾ ਮਾੜੀ ਗੱਲ ਆ। ਚੱਲ ਆਪਾਂ ਨੂੰ ਪਤਾ ਕਿ ਆਪਣਾ ਉਹਨਾਂ ਨਾਲ ਕੀ ਵਾਹ ਵਾਸਤਾ, ਪਰ ਲੋਕਾਂ ਨੂੰ ਨਹੀਂ ਪਤਾ। ਲੋਕ ਮੂੰਹ ਵਿੱਚ ਛਿੱਬੀਆਂ ਆਪਣੇ ਹੀ ਦੇਣਗੇ, ਇਸ ਕਰਕੇ ਤੁਸੀਂ ਹੀ ਸਮਝਾਓ ਮਾੜਾ ਮੋਟਾ। ਇੰਨਾ ਵੀ ਕੀ ਆਖ, ਸਾਰਾ ਹੀ ਦਿਨ ਹਲ ਮੜੱਕੇ ਉਹਨਾਂ ਦੇ ਘਰ ਵਗ ਜੂ। ਮਾਨਾ ਆਪਣੇ ਢਿੱਡ ਵਿੱਚ ਹੱਸਿਆ ਕਿ ਇਹਨੂੰ ਸੁੱਖੇ ਤੱਕ ਕੀ ਮਤਲਬ। ਕੱਲ ਤੱਕ ਜਿਹਨੂੰ ਇਹ ਮੱਥੇ ਲਾ ਕੇ ਰਾਜੀ ਨਹੀਂ ਸੀ, ਹੁਣ ਵੇਖ ਕਿਵੇਂ ਵਿੜਕਾਂ ਲੈਂਦੀ ਆ। ਮਾਨੇ ਨੇ ਮਹਿੰਦਰੋ ਨੂੰ ਕਿਹਾ, ਕੋਈ ਨਾ ਭਾਈ, ਉਹਨਾਂ ਦਾ ਔਖਾ ਵਕਤ ਲੰਘਾਉਣਾ ਆਪਣਾ ਫਰਜ਼ ਸੀ। ਐਨੇ ਨੂੰ ਸੁੱਖਾ ਵੀ ਘਰ ਆ ਗਿਆ। ਆਉਂਦਿਆਂ ਹੀ ਸੁੱਖੇ ਨੇ ਪੜਛੱਤੇ ਹੇਠਾਂ ਆਪਣਾ ਮੰਜਾ ਢਾ ਬਿਸਤਰਾ ਵਿਛਾਇਆ ਤਾਂ ਮਹਿੰਦਰੋ ਨੇ ਥਾਲ ਵਿੱਚ ਰੋਟੀ ਪਾਈ ਤੇ ਖੀਰ ਦੀ ਬਾਟੀ ਭਰ ਸੁੱਖੇ ਕੋਲ ਲੈ ਗਈ। ਕੁਝ ਕੁ ਦਿਨਾਂ ਤੋਂ ਮਹਿੰਦਰੋ ਦੇ ਬਦਲੇ ਰਵੱਈਏ ਤੋਂ ਸੁੱਖਾ ਵੀ ਹੈਰਾਨ ਸੀ। ਰੋਟੀ ਵੇਖ ਸੁੱਖੇ ਨੇ ਕਿਹਾ ਕਿ ਮੈਂ ਚਾਨਣ ਕੇ ਘਰੋਂ ਰੋਟੀ ਖਾ ਆਇਆ। ਮਹਿੰਦਰੋ ਨੇ ਕਿਹਾ, ਚੱਲ ਖੀਰ ਹੀ ਖਾ ਲੈ। ਸੁੱਖੇ ਨੇ ਕਿਹਾ ਕਿ ਮੈਨੂੰ ਹਜੇ ਭੁੱਖ ਨਹੀਂ, ਰੁਕ ਕੇ ਖਾ ਲਊਂਗਾ। ਮਹਿੰਦਰੋ ਨੇ ਮਨ ਵਿੱਚ ਕੁਝ ਸੋਚਿਆ ਤੇ ਹੱਸ ਕੇ ਚੌਂਕੇ ਵੱਲ ਚਲੀ ਗਈ। ਸਾਰੇ ਆਪਣੀ ਆਪਣੀ ਨੀਂਦੇ ਸੁੱਤੇ ਹੋਏ ਸੀ। ਗਿੰਦਾ ਤੇ ਬੀਰੂ ਦੋਹੇ ਬਾਈ ਖੇਤ ਗਏ ਹੋਏ ਸਨ। ਮੌਕਾ ਵੇਖ ਮਹਿੰਦਰੋ ਸੁੱਖੇ ਕੋਲ ਚਲੀ ਗਈ। ਪੋਲੇ ਪੈਰ ਧਰਦੀ ਉਹ ਸੁੱਖੇ ਦੇ ਕੋਲ ਬੈਠ ਗਈ। ਹੌਲੀ ਦੇਣੇ ਉਹਦੀ ਛਾਤੀ ਤੇ ਹੱਥ ਰੱਖਿਆ ਤਾਂ ਸੁੱਖਾ ਡਰ ਗਿਆ। ਮਹਿੰਦਰੋ ਨੇ ਸੁੱਖੇ ਦੇ ਮੂੰਹ ਤੇ ਹੱਥ ਰੱਖ ਕਿਹਾ, ਮੈਂ ਮਹਿੰਦਰੋ ਆ, ਤੇਰੇ ਨਾਲ ਇੱਕ ਗੱਲ ਕਰਨੀ ਸੀ। ਮੈਂ ਸੁਣਿਆ ਤੇਰਾ ਸਾਕ ਪਹਿਲਾਂ ਮੈਨੂੰ ਹੁੰਦਾ ਸੀ, ਇਹ ਤਾਂ ਭੁਲੇਖੇ ਵਿੱਚ ਹੀ ਗਿੰਦੇ ਨੂੰ ਸਾਕ ਹੋ ਗਿਆ। ਸੁੱਖਾ ਬੀਤੀ ਗੱਲ ਯਾਦ ਕਰਨ ਲੱਗਿਆ ਕਿ ਕਿਵੇਂ ਉਹਦੇ ਸਾਕ ਨੂੰ ਲੱਤ ਵੱਜ ਗਈ ਸੀ। ਮਹਿੰਦਰੋ ਫਿਰ ਬੋਲੀ, ਜੇ ਮੈਨੂੰ ਤਾਰੋ ਭੈਣ ਦੱਸ ਦਿੰਦੀ ਤਾਂ ਮੈਂ ਰੌਲਾ ਪਾ ਦੇਣਾ ਸੀ ਤੇ ਆਪਣਾ ਦੋਹਾਂ ਦਾ ਵਿਆਹ ਹੋ ਜਾਣਾ ਸੀ। ਮੈਨੂੰ ਪਛਤਾਵਾ ਹੋਇਆ ਬਹੁਤ ਕਿ ਸੁੱਖਾ ਮੇਰਾ ਘਰ ਵਾਲਾ ਬਣਦਾ ਰਹਿ ਗਿਆ। ਪਰ ਸੁੱਖਿਆ, ਕੀ ਮੈਂ ਤੈਨੂੰ ਹੁਣ ਵੀ ਉਹ ਥਾਂ ਦੇ ਸਕਦੀ ਹਾਂ? ਸੁੱਖੇ ਦੇ ਦਿਲ ਦੀ ਧੜਕਣ ਵੱਧ ਗਈ। ਮਹਿੰਦਰੋ ਨੇ ਬਾਟੀ ਵਾਲੀਆਂ ਸੇਵੀਆਂ ਸੁੱਖੇ ਦੇ ਹੱਥ ਫੜਾਈ ਤੇ ਆਪ ਐਨੀ ਗੱਲ ਕਹਿ ਆਪਣੇ ਮੰਜੇ ਤੇ ਪੈ ਗਈ। ਉਧਰ ਰੂਪਾ ਦਾ ਸਿੰਧੂ ਬਿਨਾਂ ਬਿੰਦ ਨਹੀਂ ਸੀ ਸਰਦਾ। ਰੂਪਾ ਦੀ ਭੂਆ ਉਹਦੇ ਲਈ ਮੁੰਡਾ ਵੇਖਣ ਨੂੰ ਕਹਿ ਰਹੀ ਸੀ, ਪਰ ਰੂਪਾ ਆਪਣੇ ਮਾਪਿਆਂ ਨੂੰ ਵਿਆਹ ਕਰਵਾਉਣ ਲਈ ਕੋਈ ਰਾਹ ਨਹੀਂ ਸੀ ਦੇ ਰਹੀ। ਰੂਪਾ ਦੀ ਵੱਧਦੀ ਉਮਰ ਦੀ ਚਿੰਤਾ ਮਾਪਿਆਂ ਨੂੰ ਸੀ, ਪਰ ਧੀ ਦੀ ਵਿਆਹ ਨਾ ਕਰਵਾਉਣ ਦੀ ਜਿੱਦ ਉਹਨਾਂ ਨੂੰ ਹੋਰ ਦੁਖੀ ਕਰ ਰਹੀ ਸੀ। ਰੂਪਾ ਦੀ ਛੋਟੀ ਭੈਣ ਵੀ BA ਕਰ ਚੁੱਕੀ ਸੀ। ਭੂਆ ਦੁਆਰਾ ਵੇਖਿਆ ਮੁੰਡਾ ਘਰਦਿਆਂ ਨੂੰ ਪਸੰਦ ਸੀ, ਪੜ੍ਹਿਆ ਲਿਖਿਆ ਵੀ ਸੀ ਤੇ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ। ਬੱਗੇ ਨੇ ਰੂਪਾ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਜੇ ਆਪਾਂ ਆਹ ਰਿਸ਼ਤੇ ਨੂੰ ਮਨਾ ਕਰਤਾ ਫਿਰ ਮੁੰਡਾ ਲੱਭਣਾ ਬਹੁਤ ਔਖਾ, ਨਾਲੇ ਤੇਰੀ ਭੂਆ ਨੇ ਮੁੰਡੇ ਵਾਲਿਆਂ ਨਾਲ ਜ਼ੁਬਾਨ ਕੀਤੀ ਆ। ਪਰ ਰੂਪਾ ਇੱਕੋ ਗੱਲ ਤੇ ਅੜੀ ਸੀ ਕਿ ਧੀ ਅੱਗੇ ਹਰ ਮੰਨ। ਰੂਪਾ ਦੀ ਛੋਟੀ ਭੈਣ ਦਾ ਸਾਕ ਉਸ ਮੁੰਡੇ ਨੂੰ ਕਰ ਦਿੱਤਾ। ਵੱਡੀ ਛੱਡ ਛੋਟੀ ਦਾ ਰੋਕਾ ਹੋਣ ਤੇ ਗੁਆਂਢ ਵਿੱਚ ਚਰਚਾ ਹੋਣ ਲੱਗ ਪਈ। ਪਰ ਰੂਪਾ ਦੀ ਸਰਕਾਰੀ ਨੌਕਰੀ ਕਰਕੇ ਸਭ ਸੋਚਦੇ ਸੀ ਕਿ ਰੂਪਾ ਆਪਣੇ ਹਾਣ ਦਾ ਕੋਈ ਸਰਕਾਰੀ ਮੁੰਡਾ ਲੱਭਦੀ ਆ ਤਾਂ ਰਿਸ਼ਤਾ ਨਹੀਂ ਕਰਵਾਉਂਦੀ। ਸਿੰਧੂ ਬਹੁਤ ਹੁਸ਼ਿਆਰ ਸੀ। ਰੂਪਾ ਨੇ ਆਪਣੇ ਵਾਲੇ ਸਾਰੇ ਗੁਣ ਸਿੰਧੂ ਵਿੱਚ ਭਰ ਦਿੱਤੇ। ਰੂਪਾ ਇੱਕ ਬਹੁਤ ਹੀ ਕਾਬਲੀਅਤ ਵਾਲੀ ਅਧਿਆਪਕਾ ਸੀ। ਸਾਰੇ ਸਕੂਲ ਵਾਲੇ ਉਹਦੀ ਪ੍ਰਸ਼ੰਸਾ ਕਰਦੇ। ਬੱਚੇ ਵੀ ਰੂਪਾ ਕੋਲ ਪੜ੍ਹ ਕੇ ਬਹੁਤ ਖੁਸ਼ ਹੁੰਦੇ।
ਸਿੰਧੂ ਰੂਪਾ ਦੀ ਬਹੁਤ ਵੱਡੀ ਕਮਜ਼ੋਰੀ ਬਣ ਚੁੱਕਿਆ ਸੀ। ਧੰਨਵਾਦ ਜੀ। ਜੇ ਨਾਵਲ ਚੰਗਾ ਲੱਗ ਰਿਹਾ ਤਾਂ ਕਿਰਪਾ ਕਰਕੇ ਜ਼ਰੂਰ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਜੇ ਕੋਈ ਗਲਤੀ ਹੁੰਦੀ ਆ। ਧੰਨਵਾਦ ਜੀ।